ਪ੍ਰੋਫੈਸ਼ਨਲ ਸ਼ੂਟਰ ਤੇ ਵਕੀਲ ਸੁਖਮਨਪ੍ਰੀਤ ਸਿੰਘ ਉਰਫ ਸਿੱਪੀ ਸਿੱਧੂ ਨੂੰ 20 ਸਤੰਬਰ 2015 ਚ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਸਿੱਪੀ ਦੀ ਲਾਸ਼ ਚੰਡੀਗੜ੍ਹ ਦੇ ਸੈਕਟਰ 27 ਦੇ ਪਾਰਕ ਵਿੱਚ ਮਿਲੀ ਸੀ। ਆਖਿਰ ਸ਼ੂਟਰ ਨੂੰ ਕਿਸਨੇ ਕੀਤਾ ਸੀ ਸ਼ੂਟ? ਕਿਉਂ ਸੀਬੀਆਈ ਨੇ ਇਸ ਮਾਮਲੇ ਦੇ ਵਿੱਚ ਸਿੱਪੀ ਸਿੱਧੂ ਦੀ ਗਰਲਫ੍ਰੈਂਡ ਰਹੀ ਕਲਿਆਣੀ ਸਿੰਘ ਨੂੰ ਕੀਤਾ गिरफ्तार? आखिर इस हाई प्रोफाइल मामले की जांच कितों तक पहुंची है? देखो केस की स्टेटस रिपोर्ट। ਕਹਿੰਦੇ ਨੇ ਪੁੱਤ ਸਭ ਤੋਂ ਜ਼ਿਆਦਾ ক্লোਜ਼ ਆਪਣੀ ਮਾਂ ਦੇ ਹੁੰਦਾ ਹੈ ਤੇ ਜੇ ਗੱਲ ਕੀਤੀ ਜਾਵੇ ਸਿੱਪੀ ਦੀ, ਸਿੱਪੀ 35 ਸਾਲ ਦੇ ਸੀਗੇ ਜਦੋਂ ਉਹਨਾਂ ਦਾ ਕਤਲ ਕਰ ਦਿੱਤਾ ਗਿਆ। ਉਹਨਾਂ ਦੀ ਮਾਤਾ ਦੀਪਿੰਦਰ ਕੌਰ ਕਾਫੀ ਦੇਰ ਬੇਹੋਸ਼ ਰਹੇ, ਪਰ ਜਦੋਂ ਹੋਸ਼ ਦੇ ਵਿੱਚ ਆਏ ਤਾਂ ਉਹਨਾਂ ਵੱਲੋਂ ਇੱਕ ਹੀ ਨਾਂ ਲਿਆ ਗਿਆ ਸੀਗਾ, ਕਲਿਆਣੀ ਸਿੰਘ ਦਾ, ਤੇ ਕਿਹਾ ਸੀ ਕਿ ਮੇਰੇ ਮੁੰਡੇ ਨੂੰ ਕਲਿਆਣੀ ਨੇ ਮਾਰਿਆ ਹੈ। ਦੀਪਿੰਦਰ ਜੀ ਸਾਡੇ ਨਾਲ ਨੇ, ਉਹਨਾਂ ਤੋਂ ਜਾਣਦੇ ਆ ਕਿ ਆਖਿਰ ਕੀ ਲੱਗ ਰਿਹਾ ਹੈ ਕਿ ਇਨਸਾਫ ਜਿਹੜਾ ਹੈ ਹੁਣ ਮਿਲੇਗਾ, ਕਿਉਂਕਿ ਇੱਕ ਨਾਂ ਤੁਸੀਂ ਲਿਆ ਸੀਗਾ ਕਲਿਆਣੀ ਸਿੰਘ ਦਾ ਤੇ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਵੀ ਕਰ ਲਿਆ। ਬੇਟੇ ਮੈਂ ਪਿਛਲੇ ਜਦੋਂ ਤੋਂ ਸਿੱਪੀ ਦਾ ਮਰਡਰ ਹੋਇਆ ਪਹਿਲੇ ਦਿਨ ਤੋਂ ਮੈਂ ਕਹਿ ਰਹੀ ਹਾਂ ਕਲਿਆਣੀ ਨੇ ਕੀਤਾ। ਮੈਨੂੰ ਆਪਣੇ ਬੇਟੇ ਦਾ ਪਤਾ, ਮੈਨੂੰ ਸਾਡੀ ਫੈਮਿਲੀ ਦਾ ਪਤਾ, ਸਾਡੀ ਕਿਸੇ ਨਾਲ ਕੋਈ ਦੁਸ਼ਮਣੀ ਨਹੀਂ, ਬਿਲਕੁਲ ਵੀ ਨਾ ਸਿੱਪੀ ਦੀ ਨਾ ਸਾਡੀ ਕੋਈ ਫੈਮਿਲੀ ਦੀ ਕਿਸੇ ਨਾਲ ਵੀ। ਜੋ ਵੀ ਹੋਇਆ ਇਹ ਕਲਿਆਣੀ ਨੇ ਕੀਤਾ, ਕਲਿਆਣੀ ਦੀ ਫੈਮਿਲੀ ਦੇ ਨਾਲ, ਉਹਨਾਂ ਦੀ ਫੈਮਿਲੀ ਵੀ ਵਿੱਚ ਹੈ ਸਾਰੀ, ਉਹਦਾ ਡੈਡੀ, ਉਹਦੀ ਮੰਮੀ, ਕਲਿਆਣੀ, ਇਹਨਾਂ ਸਾਰਿਆਂ ਨੇ ਹੀ ਰਲ ਕੇ ਕੀਤਾ। ਮੈਨੂੰ ਰੀਜ਼ਨ ਵੀ ਪਤਾ ਸੀ, ਪਹਿਲੇ ਦਿਨ ਤੋਂ ਮੈਨੂੰ ਰੀਜ਼ਨ ਪਤਾ ਸੀ। ਸਾਰੇ ਮੈਥੋਂ ਇਹੀ ਪੁੱਛਦੇ ਸੀ ਕਿ ਤੁਸੀਂ ਵਿਆਹ ਕਿਉਂ ਨਹੀਂ ਕੀਤਾ? ਵਿਆਹ ਨਹੀਂ, ਉਦੋਂ ਮੈਨੂੰ ਤਾਂ ਪਤਾ ਸੀ ਵੀ ਕਿਉਂ ਨਹੀਂ ਕੀਤਾ। ਮੈਂ ਬੋਲਦੀ ਕਿਵੇਂ? ਉਹ ਜੱਜ ਹਾਈ ਕੋਰਟ ਬੈਠੀ ਸੀ, ਸਾਰੇ ਜੇ ਮੈਂ ਬੋਲਦੀ ਵੀ ਤਾਂ ਅਗਾਂਹ ਜਾ ਕੇ ਜਿਹੜੇ ਹੁੰਦੇ ਸੀ ਸੁਣਦੇ ਸੀ ਉਹ ਬੋਲਦੇ ਨਹੀਂ ਸੀਗੇ। ਈਵਨ ਉਹ ਜੱਜ ਦਾ ਨਾਮ ਨਹੀਂ ਲੈਂਦੇ ਸੀਗੇ, ਨਾ ਉਹ ਕੁੜੀ ਦਾ ਨਾਮ ਲੈਂਦੇ ਸੀ। ਮੈਂ ਘਰੇ ਕੁੜੀ ਦਾ ਨਾਮ ਵੀ ਲੈਂਦੀ ਰਹੀ ਹਾਂ, ਮੈਂ ਰੀਜ਼ਨ ਵੀ ਦੱਸਦੀ ਰਹੀ ਹਾਂ ਵੀ ਭਾਈ ਉਹ ਕੁੜੀ ਦਾ ਕਰੈਕਟਰ ਨਹੀਂ ਠੀਕ ਸੀ, ਅਸੀਂ ਤਾਂ ਨਹੀਂ ਕੀਤਾ। ਪਰ ਉਹ ਅੱਗੋਂ ਇੰਟਰਵਿਊ ਵਾਲੇ ਅੱਗੋਂ ਨਹੀਂ ਸੀ ਉਹ ਦੱਸਦੇ ਹੁੰਦੇ। ਤੁਹਾਨੂੰ ਵੀ ਉਹ ਤਾਂ ਰੀਜ਼ਨ ਪਤਾ ਹੀ ਆ ਵੀ ਕਿਉਂ, ਕਿਉਂਕਿ ਉਹਦੀ ਮੰਮੀ ਜੱਜ ਸੀਗੀ। ਹੁਣ ਸੀਬੀਆਈ ਨੇ ਕੱਢਿਆ ਤਾਂ ਉਹਨਾਂ ਨੂੰ, ਤਾਂ ਤੁਸੀਂ ਸਭ ਨੂੰ ਤੁਹਾਨੂੰ ਪਤਾ ਲੱਗਿਆ। ਪਰ ਮੈਂ ਜੋ ਬਿਆਨਾਂ ਤੇ ਪਹਿਲੇ ਦਿਨ ਸੀ ਜਦੋਂ ਤੋਂ ਮੈਨੂੰ ਹੋਸ਼ ਆਈ ਆ ਉਹੀ ਅੱਜ ਆ। ਮੇਰੇ ਵਿੱਚ 19-21 ਦਾ ਵੀ ਫਰਕ ਨਹੀਂ ਪਿਆ, ਹੈ ਹੀ ਨਹੀਂ। ਤੁਸੀਂ ਮੈਥੋਂ ਅੱਖਾਂ ਬੰਦ ਕਰਾ ਕੇ ਮੂੰਹ ਜਵਾਨੀ ਪੁੱਛ ਲਓ ਵੀ ਜੋ ਜੋ ਹੋਇਆ ਜਾਂ ਜੋ ਰੀਜ਼ਨ ਆ। ਅੱਛਾ ਦੀਪਿੰਦਰ ਜੀ, ਤੁਸੀਂ ਤਾਂ ਕਲਿਆਣੀ ਤੇ ਉਹਦੇ ਪਰਿਵਾਰ ਨੂੰ 31 ਸਾਲਾਂ ਤੋਂ ਜਾਣਦੇ ਹੋ ਤੇ ਕਹਿ ਸਕਦੇ ਹਾਂ ਕਿ ਪਰਿਵਾਰ ਹੋਵੇ ਜਾਂ ਫਿਰ ਕਲਿਆਣੀ ਨੂੰ ਵੱਡਾ ਹੁੰਦੇ ਹੋਏ ਵੀ ਤੁਸੀਂ ਦੇਖਿਆ, ਕਦੇ ਅਜਿਹਾ ਲੱਗਿਆ ਸੀ? ਕਿਉਂਕਿ ਕਲਿਆਣੀ ਨੂੰ ਇਹ ਤਾਂ ਹੋਏਗਾ ਨਹੀਂ ਕਿ ਉਹ ਪਹਿਲੀ ਵਾਰ ਮਿਲਣ ਵਾਸਤੇ ਆਏ ਹੋਣਗੇ ਜਾਂ ਦੂਜੀ ਵਾਰ, ਇਹ ਤਾਂ ਹੋਏਗਾ ਕਿ ਤੁਸੀਂ ਪਰਿਵਾਰ ਜਿਹੜੇ ਲਗਾਤਾਰ ਮਿਲਦੇ ਰਹੇ ਹੋ, ਕਿਉਂਕਿ ਮੈਂ ਫੋਟੋਗ੍ਰਾਫਸ ਵੀ ਦੇਖ ਰਹੀ ਸੀਗੀ। ਬੇਟੇ ਬੱਚੇ ਉਦੋਂ ਛੋਟੇ ਸੀਗੇ, ਉਦੋਂ ਬੱਚਿਆਂ ਦੀ ਕੋਈ ਆਪਸ ਵਿੱਚ ਨਹੀਂ ਸੀ, ਜਿਵੇਂ ਆਪਣੇ ਫੈਮਿਲੀ ਫਰੈਂਡਸ ਹੁੰਦੇ ਆ ਸਾਡੇ ਇਹੀ ਸੀਗੇ। ਉਸ ਤੋਂ ਬਾਅਦ ਸਿੱਪੀ ਦੇ ਪਾਪਾ ਦੀ 2008 ਚ ਡੈਥ ਹੋਈ ਆ, ਉਦੋਂ ਇਹਨਾਂ ਦੀ ਬੱਚੇ ਵੀ ਵੱਡੇ ਹੋ ਗਏ ਆ। ਉਦੋਂ ਸਾਡੇ ਅਸੀਂ ਦੋਨੋਂ ਸੀਗੇ, ਦੋਨੋਂ ਬੇਟੇ ਸੀ ਮੇਰੇ ਤੇ ਇੱਕ ਮੈਂ ਸੀਗੀ। ਉਸ ਤੋਂ ਬਾਅਦ ਸਾਡਾ ਇਹਨਾਂ ਦੇ ਘਰ ਉਵੇਂ ਹੀ ਆਉਣ ਜਾਣ ਸੀ, ਕਲਿਆਣੀ ਜ਼ਿਆਦਾ ਆਉਣ ਜਾਣ ਲੱਗ ਪਈ। ਉਸ ਤੋਂ ਬਾਅਦ ਇਹਨਾਂ ਦੀ ਫੈਮਿਲੀ ਕਾਫੀ ਆਉਂਦੀ ਰਹੀ ਹੈ। ਫਿਰ ਮੈਨੂੰ ਉਹਨਾਂ ਨੇ ਵਿਆਹ ਦਾ ਵੀ ਕਿਹਾ ਵੀ ਉਹਨਾਂ ਨੇ। ਉਸ ਤੋਂ ਬਾਅਦ ਮੈਂ ਸਿੱਪੀ ਨੂੰ ਕਹਿੰਦੀ ਰਹੀ ਹਾਂ ਵੀ ਉਹ ਕਹਿੰਦੇ ਆ। ਫਿਰ ਸਿੱਪੀ ਨੂੰ ਹੌਲੀ ਹੌਲੀ ਜਿਵੇਂ ਮੁੰਡਿਆਂ ਨੂੰ ਪਤਾ ਲੱਗ ਜਾਂਦੀਆਂ ਗੱਲਾਂ ਪਤਾ ਲੱਗਦੀਆਂ ਰਹੀਆਂ, ਉਹ ਟਾਲ ਮਟੋਲ ਕਰੀ ਗਿਆ। ਫਿਰ ਜਦੋਂ ਉਹਨੂੰ ਬਿਲਕੁਲ ਕਨਫਰਮ ਹੋ ਗਿਆ ਵੀ ਇਹ ਆ, ਫਿਰ ਉਹਨੇ ਕਹਿਤਾ ਵੀ ਅਸੀਂ ਨਾ ਹੀ ਕਰਤੀ। ਬਿਲਕੁਲ ਹਾਈ ਪ੍ਰੋਫਾਈਲ ਮਾਮਲਾ ਸੀਗਾ, ਆਰੋਪੀ ਜਿਹੜੀ ਹੈ ਇਸ ਮਾਮਲੇ ਦੇ ਵਿੱਚ ਕਲਿਆਣੀ, ਕਿਉਂਕਿ ਉਹਨਾਂ ਦੇ ਜਿਹੜੇ ਮਾਤਾ ਨੇ ਉਹ ਵੱਡੇ ਪਦ ਤੇ ਬੈਠੇ ਨੇ। ਤੁਹਾਨੂੰ ਲੱਗਦਾ ਹੈ ਤਾਂ ਹੀ ਇਨਸਾਫ ਮਿਲਣ ਦੇ ਵਿੱਚ ਇੰਨਾ ਸਮਾਂ ਲੱਗ ਗਿਆ? ਬਿਲਕੁਲ ਇਸੇ ਕਰਕੇ ਤਾਂ ਲੇਟ ਹੋ ਗਏ। ਹੋਰ ਕੁੜੀ ਹੁੰਦੀ ਉਦੋਂ ਹੀ ਫੜ ਲੈਂਦੇ। ਆਈਜੀ ਨੇ ਮੈਨੂੰ ਕਿਹਾ, ਭੈਣ ਜੀ ਜਦੋਂ ਉਹਦੇ ਦਫ਼ਤਰ ਗਏ, ਭੈਣ ਜੀ ਜੱਜਾਂ ਤੇ ਵਕੀਲਾਂ ਦਾ ਕੀਤਾ ਹੋਇਆ ਮਰਡਰ ਹੈ, ਸਾਡੇ ਹੱਥ ਬੰਨੇ ਹੋਏ ਆ, ਇਦੋਂ ਵੱਧ ਬੇਬਸ ਬੰਦੇ ਹੋਰ ਕੀ ਹੋ ਜਾਣਗੇ ਤੁਸੀਂ ਮੈਨੂੰ ਦੱਸੋ। ਆਈਜੀ ਤੁਹਾਨੂੰ ਕਹਦੇ ਵੀ ਸਾਡੇ ਹੱਥ ਬੰਨੇ ਹੋਏ ਆ। ਅੱਛਾ, ਇਹ ਵੀ ਕਿਹਾ ਜਾਂਦਾ ਹੈ ਕਿ ਸੀਬੀਆਈ ਨੇ ਅਨਟ੍ਰੇਸਡ ਰਿਪੋਰਟ ਜਿਹੜੀ ਹੈ ਉਹ ਕੋਰਟ ਦੇ ਵਿੱਚ ਫਾਈਲ ਕੀਤੀ। ਬਿਲਕੁਲ ਅਨਟ੍ਰੇਸਡ ਹੈ ਹੀ ਨਹੀਂ ਸੀ ਉਹਨਾਂ ਕੋਲੇ। ਉਹ ਵੀ ਮੈਂ ਤੁਹਾਨੂੰ ਰੀਜ਼ਨ ਦੱਸ ਦਿੰਨੀ ਆ। ਜੋ ਉਹਨਾਂ ਨੇ ਮਟੀਰੀਅਲ ਹੁਣ ਇੰਨੇ ਸਾਲਾਂ ਦਾ ਇਕੱਠਾ ਕੀਤਾ ਸੀ ਉਹਨਾਂ ਨੇ ਕੋਰਟ ਵਿੱਚ ਰੱਖਤਾ। ਜੇ ਹੋ ਸਕਦਾ ਨਾ ਰੱਖਿਆ ਹੁੰਦਾ ਜਾਂ ਇਹਨਾਂ ਨੂੰ ਥੋੜੀ ਜਿਹੀ ਭਿਣਕ ਪੈਂਦੀ ਵੀ ਸਾਡੀ ਕੁੜੀ ਦੇ ਖਿਲਾਫ ਜਾ ਰਿਹਾ, ਹੋ ਸਕਦਾ ਇਸ ਤੋਂ ਬੰਦ ਹੀ ਕਰਵਾ ਦਿੰਦੇ। ਮੈਂ ਤਾਂ ਕਹਿੰਦੀ ਚੰਗਾ ਕੀਤਾ ਜਿੰਨਾ ਉਹਨਾਂ ਨੇ ਕੀਤਾ ਸੀ, ਕੋਰਟ ਦੇ ਵਿੱਚ ਤਾਂ ਰੱਖਤਾ ਨਾ। ਉਹਨਾਂ ਨੇ ਰੱਖਿਆ, ਨਾਲ ਉਹਨਾਂ ਨੇ ਮੰਗਿਆ ਵੀ ਆਹ ਸਾਡਾ ਭਾਈ ਮਟੀਰੀਅਲ ਪਿਆ, ਹੁਣ ਸਾਨੂੰ ਅੱਗੇ ਹੋਰ ਕਰਨ ਦੀ ਪਰਮਿਸ਼ਨ ਦਿਓ। ਉਹਨਾਂ ਨੇ ਬਿਲਕੁਲ ਕਿਤੇ ਨਹੀਂ ਕਿਹਾ। ਤੁਸੀਂ ਆਪ ਦੇਖੋ ਜਾ ਕੇ, ਇੱਕੋ ਗੱਲ ਨੂੰ ਉਹ ਦੱਬੀ ਜਾਂਦੇ ਆ
ਕਿਤੇ ਵੀ ਨਹੀਂ ਕਿਹਾ ਉਹਨਾਂ ਨੇ ਵੀ ਅਸੀਂ ਨਹੀਂ ਕਰਨੀ। ਮੈਂ ਤਾਂ ਕਹਿੰਦੀ ਹਾਂ ਚੰਗਾ ਵੀ ਜਿਹੜਾ ਉਹ ਰੱਖ ਗਏ। ਜੇ ਇਹਨਾਂ ਨੂੰ ਮਾੜੀ ਜੀ ਵੀ ਭਿੰਨ ਪੈ ਜਾਂਦੀ ਨਾ ਵੀ ਸਾਡੀ ਕੁੜੀ ਦਾ ਵਿੱਚ ਨਾ ਮਾਰਿਆ, ਹੋ ਸਕਦਾ ਇਹ ਪਿੱਛੋਂ ਹੀ ਬੰਦ ਕਰਵਾ ਦਿੰਦੇ। ਦੀਪਿੰਦਰ ਜੀ, ਮੈਂ ਨਾ ਦੇਖ ਪਾ ਰਹੀ ਹਾਂ ਤੁਸੀਂ ਹਰ ਇੱਕ ਛੋਟੀ ਛੋਟੀ ਚੀਜ਼ ਜਿਹੜੀ ਹੈ ਉਹ ਸਾਂਭ ਕੇ ਰੱਖੀ ਹੋਈ ਹੈ ਸਿੱਪੀ ਦੀ। ਮੈਂ ਜਦੋਂ ਦੇਖ ਰਹੀ ਸੀ ਤੁਹਾਨੂੰ ਵੀ ਦਿਖਾ ਦਿੰਦੇ ਹਾਂ ਅਸੀਂ ਜ਼ਰੂਰ ਕਿ ਪਹਿਲੇ ਦਿਨ ਸਿੱਪੀ ਸਕੂਲ ਦੇ ਵਿੱਚ ਜਿਹੜੇ ਯੂਨੀਫਾਰਮ ਪਾ ਕੇ ਗਏ ਸੀਗੇ ਉਹ ਜਿਹੜੀ ਹੈ ਸਾਂਭ ਰੱਖੀ ਹੈ। ਪਹਿਲਾ ਕੜਾ ਜਿਹੜਾ ਹੈ ਉਹ ਸਾਂਭ ਰੱਖਿਆ ਹੈ। ਸਾਰਾ ਇਹਨਾਂ ਨੇ ਕਿਹਾ ਕਿ ਇਹ ਜਿਹੜਾ ਹੈ ਲਿਆ ਕੇ ਦਿੱਤਾ ਸੀ ਸਿੱਪੀ ਨੂੰ, ਸਭ ਕੁਝ ਜਿਹੜਾ ਹੈ ਉਹ ਸਾਂਭਿਆ ਹੋਇਆ ਹੈ। ਹਰ ਤੁਸੀਂ ਇੱਕ ਕਹਿੰਦੇ ਆ ਨਾ ਕਿ ਹਰ ਇੱਕ ਯਾਦ ਸੰਭਾਲੀ ਹੋਈ ਹੈ। ਸਾਡੀ ਫੈਮਿਲੀ ਨੂੰ ਵੈਸੀ ਆਦਤ ਹੈ ਇੱਕ ਡਾਇਰੀ ਲਿਖਣ ਦੀ ਤੇ ਇੱਕ ਸਮਾਨ ਸਾਂਭਣ ਦੀ। ਸਿੱਪੀ ਦੇ ਈਵਨ ਮਾਮਾ ਜੀ ਦਾ ਪਿਆ, ਇਹਦੇ ਨਾਨਾ ਜੀ ਦਾ ਸਮਾਨ ਪਿਆ। ਸਿੱਪੀ ਨੇ ਆਪਣਾ ਸਾਰਾ ਕੁਝ ਪਹਿਲੀ ਸਕੂਲ ਦੀ ਡਾਇਰੀ ਤੋਂ ਲੈ ਕੇ ਬੁੱਕਸ ਵੀ ਪਈਆਂ, ਇਹਨਾਂ ਦੇ ਸਾਰੇ ਟੁਆਇਜ਼ ਦੋਨਾਂ ਭਰਾਵਾਂ ਦੇ ਅਜੇ ਤੱਕ ਉੱਪਰ ਪੇਟੀ 'ਚ ਬੰਦ ਪਈ ਹੈ। ਈਵਨ ਇਹਨਾਂ ਨੇ ਆਪਣੇ ਬੱਚਿਆਂ ਨੂੰ ਵੀ ਖੇਡਣ ਨੂੰ ਨਹੀਂ ਦਿੱਤਾ। ਦੀਪਿੰਦਰ ਜੀ, ਪਰ ਸਿੱਪੀ ਦੀਆਂ ਇਹ ਯਾਦਾਂ ਮੈਨੂੰ ਪਤਾ ਨਹੀਂ ਸੀ ਨਾ ਸਿੱਪੀ ਨਾਲ ਇਹ ਹੋ ਜਾਣਾ ਬੱਚੇ ਦਾ। ਕੀ ਕੁਝ ਤੁਸੀਂ ਸਾਂਭਿਆ ਹੋਇਆ ਕਿਉਂਕਿ ਅਸੀਂ ਦੇਖ ਪਾ ਰਹੇ ਉਹਦੇ ਕੱਪੜੇ ਸਾਰੇ ਉਹਦੇ ਪਹਿਲੇ ਕੱਪੜੇ ਆ ਜੋ ਪਹਿਲੇ ਪਾਏ ਸੀਗੇ, ਉਹਦੇ ਪਹਿਲੇ ਕੰਗਾ, ਬ੍ਰਸ਼, ਜੋ ਵੀ ਹੈ ਟੁਆਇਜ਼, ਕੜਾ, ਖਡਾਉਣੇ ਆ, ਆਹ ਕਿਹੜਾ ਕੀ ਪਿਆ ਹੈ ਮੈਂ ਤਾਂ ਜ਼ਿੱਪੀ ਦੇ ਬੱਚਿਆਂ ਨੂੰ ਵੀ ਨਹੀਂ ਦਿੱਤਾ। ਬਿਲਕੁਲ ਇਹ ਤੁਸੀਂ ਦੇਖੋ ਕਿੰਨਾ ਔਖਾ ਹੁੰਦਾ ਵੀ ਤੁਹਾਡਾ ਬੱਚਾ, ਆਪਾਂ ਕਿਵੇਂ ਬੱਚੇ ਨੂੰ ਇੱਕ ਇੱਕ ਦਿਨ ਗਿਣ ਕੇ। ਮੈਨੂੰ ਅੱਜ ਤੱਕ ਯਾਦ ਆ ਇਹਦਾ ਬ੍ਰਸ਼ ਲਿਆਂਦਾ ਤੇ ਮੈਂ ਆਪਣੀ ਮੰਮੀ ਨੂੰ ਕਿਹਾ ਮੈਂ ਸਿੱਪੀ ਦਾ ਸਿਰ ਵਾਉਣਾ, ਕਹਿੰਦੇ 40 ਦਿਨ ਦਾ ਹੋ ਲੈਂਦੇ। ਮੈਂ ਮਸਾਂ 40 ਦਿਨ, ਇੱਕ ਦਿਨ ਕੱਟ ਦਿੰਦੀ, ਮੈਂ ਫਿਰ ਕੱਟ ਦਿੰਦੀ ਵੀ ਅੱਜ 2 ਦਿਨ ਦਾ ਹੋ ਗਿਆ, ਅੱਜ 3 ਦਾ, ਜਦੋਂ 40 ਦਿਨ ਦਾ ਹੋ ਗਿਆ ਫਿਰ ਵੀ ਅੱਜ ਮੈਂ ਇਹਦੇ ਸਿਰ 'ਚ ਬ੍ਰਸ਼ ਫੇਰੂੰਗੀ। ਹਰ ਇੱਕ ਯਾਦ ਤੁਸੀਂ ਦੇਖ ਪਾ ਰਹੀ ਹਾਂ ਕਿ ਸੰਭਾਲੀ ਹੋਈ ਹੈ। ਪਰ ਹੁਣ ਤੁਸੀਂ ਇਹਨਾਂ ਚੀਜ਼ਾਂ ਨੂੰ ਦੇਖਦੇ ਹੋ, ਯਾਦ ਕਰਦੇ ਹੋ ਸਿੱਪੀ ਨੂੰ, ਕਿਉਂਕਿ ਬਹੁਤ ਟਾਈਮ ਜਿਹੜਾ ਤੁਹਾਨੂੰ ਵੀ ਲੱਗਿਆ ਇਹਨਾਂ ਸਭ ਚੀਜ਼ਾਂ ਤੋਂ ਨਿਕਲਣ ਨੂੰ ਲੈ ਕੇ। ਬੇਟੇ ਮੈਨੂੰ ਤਾਂ ਪਹਿਲੇ ਦਿਨ ਤੋਂ ਸਾਰਾ ਪਤਾ ਸੀਗਾ। ਮੈਨੂੰ ਆਪਣੇ ਬੇਟੇ ਦਾ ਪਤਾ ਵੀ ਮੇਰਾ ਬੇਟਾ ਕੀ ਸੀ, ਕਿਵੇਂ ਸੀਗਾ। ਬਿਲਕੁਲ ਵੀ ਜੇ ਹੁੰਦਾ ਉਹਦੇ ਫੇਸਬੁੱਕ ਦੇ ਜਿਹੜੇ ਪ੍ਰੋਫਾਈਲ ਆ ਸਿੱਪੀ ਦੇ, ਤੁਸੀਂ ਵੀ ਖੋਲ ਕੇ ਦੇਖ ਲਿਓ ਸਿੱਪੀ ਸਿੱਧੂ, ਕਿਤੇ ਉਹਨੇ ਕਲਿਆਣੀ ਦੀ ਜਾਂ ਕਿਸੇ ਕੁੜੀ ਦੀ ਫੋਟੋ ਪਾਈ। ਮੁੰਡੇ ਇੰਨੇ ਪਾਉਂਦੇ, ਉਹਦਾ ਹੈ ਹੀ ਨਹੀਂ ਸੀਗਾ। ਮੈਨੂੰ ਪਤਾ ਮੇਰਾ ਬੇਟਾ ਸਵੇਰੇ ਜਪਜੀ ਸਾਹਿਬ ਦਾ ਪਾਠ ਕੀਤੇ ਬਿਨਾ ਬਿਲਕੁਲ ਬਾਹਰ ਨਹੀਂ ਨਿਕਲਦਾ ਸੀ। ਉਸ ਦਿਨ ਉਹ ਲੇਟ ਹੋਇਆ ਕਿਉਂਕਿ ਉਹ 3 ਦਿਨ ਕਨਫਿਊਜ਼ ਰਿਹਾ। ਕਨਫਿਊਜ਼ ਕੀ ਰਿਹਾ, ਕਲਿਆਣੀ ਨੇ ਗਾਹ ਪਾ ਛੱਡਿਆ ਸੀ। 18 ਤਰੀਕ ਨੂੰ ਸਿੱਪੀ ਆਇਆ, 18 ਤਰੀਕ ਨੂੰ ਕਲਿਆਣੀ ਸਿੱਪੀ ਆਇਆ ਇੱਥੇ 9 ਵਜੇ ਤੇ 10:30 11 ਵਜੇ ਸਾਡੇ ਪਹੁੰਚ ਗਈ। ਉਸ ਤੋਂ ਬਾਅਦ ਉਹਨੂੰ ਕੰਪੈਲ ਕਰਨ ਲੱਗ ਪਈ, ਮੇਰੇ ਨਾਲ ਚੱਲ, ਮੇਰੇ ਨਾਲ ਚੱਲ, ਕਿਤੇ ਲੈ ਕੇ ਚੱਲੀ ਸੀਗੀ। ਫਿਰ ਇਹ ਨਹੀਂ ਗਿਆ। ਉਦੋਂ ਉਹਨੇ ਸਗੋਂ ਕਿਹਾ, ਕਹਿੰਦਾ ਕਲਿਆਣੀ ਆਫਿਸ ਆਈ ਸੀ, ਕਹਿੰਦਾ ਕਲਿਆਣੀ ਤੂੰ ਨਾ ਆ ਸਮਾਨ ਪਿਆ, ਉਹਨੂੰ ਤਾਂ ਆਖਿਆ ਸੀ ਵੀ ਘਰੇ ਰੱਖ ਜੀ, ਉਹ ਨੌਕਰ ਸੀ ਸਾਡਾ, ਵੀ ਇਹਨੂੰ ਘਰੇ ਛੱਡ ਜੀ। ਹੁਣ ਉਹ ਜਵਾਬ ਤਾਂ ਦੇ ਨਹੀਂ ਸਕਦੀ ਕਿਉਂਕਿ ਉਹਨੂੰ ਉਹ ਸੀਗਾ ਵੀ ਮੈਂ ਇਹਨੂੰ ਸ਼ਾਮ ਨੂੰ ਫੇਰ ਬੁਲਾਉਣਾ, ਵੀ ਜੇ ਇਹਦੀ ਗੱਲ ਮੋੜਤੀ ਮੈਂ ਤਾਂ ਫਿਰ ਇਹ ਆਖਣੇ ਕਿਵੇਂ ਆਊਗਾ। ਇਹਨੇ ਉਹ ਸਮਾਨ, ਮੈਂ ਇੱਥੇ ਬੈਠੀ ਹਾਂ ਬਾਹਰ, ਇੱਥੇ ਕਲਿਆਣੀ ਕਾਰ ਤੇ ਆਈ ਹੈ, ਏਜੰਸੀ ਛੋਟੀ ਗੱਡੀ ਸੀ ਉਹਦੀ, ਜਿਹੜੀ ਛੋਟੀ ਕਾਰ ਚਿੱਟੀ ਜੀ ਤੇ ਆਉਂਦੀ ਹੁੰਦੀ ਸੀ, ਘਰੇ ਕਾਲੀ ਤੇ ਆਉਂਦੀ ਸੀ, ਸਕਾਰਪੀਓ ਹੁੰਦੀ ਸੀ ਕਾਲੀ, ਉਹਦੀ ਮਾਂ ਵਾਲੀ। ਉਹਨੇ ਲਿਆ ਕੇ ਇੱਥੇ ਮੇਰਾ ਨੌਕਰ ਛੱਡਿਆ। ਸਮਾਨ ਉਹਨੇ ਨਾ ਡਿੱਗੀ ਵਿੱਚੋਂ ਨਹੀਂ ਕੱਢਿਆ, ਉਹਨੇ ਗੱਡੀ ਦੇ ਵਿੱਚੋਂ ਸਮਾਨ ਕੱਢਿਆ। ਤੁਸੀਂ ਸੋਚੋ ਉਹ ਸਮਾਨ ਗੱਡੀ 'ਚ ਰੱਖਣ ਵਾਲਾ ਨਹੀਂ ਸੀਗਾ। ਉਹ ਸਮਾਨ ਸੀਗਾ 2 ਕਈਆਂ ਸੀ, ਬਾਕੀ ਲੰਬੇ ਲੰਬੇ ਇੱਕ ਹੁੰਦੇ ਘਾਹ ਇਕੱਠਾ ਕਰਨ ਵਾਲੇ, ਵੱਡੀਆਂ ਕੈਂਚੀਆਂ, ਜੋ ਵੀ ਸਮਾਨ ਆ ਉਹ ਸਾਰਾ ਸਮਾਨ ਉਹ ਗੱਡੀ ਦੀ ਸੀਟ ਦੇ ਉੱਤੇ ਇੰਨਾ ਮੁਸ਼ਕਲ ਨਾਲ ਪਾ ਕੇ ਲੈ ਕੇ ਆਈ ਹੈ। ਮੇਰੇ ਨੌਕਰ ਨੇ ਕਿਹਾ ਵੀ, ਕਹਿੰਦਾ ਕਲਿਆਣੀ ਦੀਦੀ ਕਰਕੇ ਬੋਲਿਆ ਡਿੱਗੀ ਖੋਲ ਦੋ ਵੀ ਸਮਾਨ ਰੱਖਣਾ। ਕਹਿੰਦੀ ਡਿੱਗੀ ਨਹੀਂ ਮੈਂ ਖੋਲਦੀ। ਬੇਟੇ ਮੈਨੂੰ ਸ਼ੱਕ ਆ, ਮੈਂ ਉਸੇ ਪਹਿਲੇ ਦਿਨ ਤੋਂ, ਮੇਰੇ ਬਿਆਨ ਦੇਖ ਲਓ, ਇਹਦੀ ਗੱਡੀ ਦੇ ਵਿੱਚ ਨਾ ਇਹਦੀ 'ਚ ਬੰਦੂਕ ਸੀ। ਇਹਨੇ ਗੱਡੀ ਡਿੱਗੀ ਕਿਉਂ ਨਹੀਂ ਖੋਲਦੀ? ਉਹ ਤਾਂ ਮੰਨਦੀ ਨਹੀਂ ਵੀ ਮੈਂ ਆਈ ਹਾਂ 18 ਨੂੰ, ਉਹ ਕਿਉਂ ਮੰਨੂਗੀ? ਮੈਂ ਭੂਤ ਵੇਖੀ ਹੈ ਔਰ ਆਈ ਵੀ ਉਹ ਸਕੂਲ ਦੇ ਕੱਪੜੇ ਪਾ ਕੇ ਆਈ ਹੈ, ਆਪਣੇ ਕਾਲਜ ਵਾਲੇ ਚਿੱਟੀ ਕਾਲੀ ਗੋਲ ਗੋਲ ਚੱਕਰਾਂ ਜਿਹੇ ਵਾਲੀ ਸਾੜੀ ਸੀ, ਕਿਉਂਕਿ ਮੈਂ ਤੁਸੀਂ ਬਾਹਰ ਬੈਠੋ ਨਾਲ ਦਿਖਦਾ ਆ ਕੇ। ਉਹ ਆਈ ਆਪਣੀ ਹਾਜ਼ਰੀ ਲਵਾ ਕੇ। ਇੱਕ ਜਦੋਂ ਤੋਂ ਆਉਣ ਲੱਗੀ, ਜਦ ਤੋਂ ਸਿੱਪੀ ਦੇ ਉਹ ਫੋਟੋਆਂ ਵਾਲੀ ਗੱਲ ਹੋਈ ਆ, ਜਦੋਂ ਤੋਂ ਇਹਨੇ ਪਲੈਨਿੰਗ ਕਰ ਲਈ ਸਿੱਪੀ ਦਾ ਮਰਡਰ ਕਰਨ ਦੀ, ਪਹਿਲਾਂ ਤਾਂ ਇਹਨੇ ਆਪਣਾ ਫੋਨ ਨਹੀਂ ਯੂਜ਼ ਕੀਤਾ। ਕਹਿੰਦੀ ਮੈਂ ਡਿਪਰੈਸ਼ਨ 'ਚ, ਮੇਰੀ ਮਦਰ ਮੈਨੂੰ ਫੋਨ ਨਹੀਂ ਯੂਜ਼ ਕਰਨ ਦਿੰਦੀ। ਇਹਦੀ ਮਾਂ ਨੇ ਇਹਨੂੰ ਹੋਰ ਫੋਨ ਲੈ ਕੇ ਦਿੱਤਾ। ਫਿਰ ਇਹਦੀ ਮੰਮੀ ਇਹਦੇ ਨਾਲ ਨਹੀਂ, ਇਹਦੀ ਮੰਮੀ ਨਾਲ ਨਹੀਂ ਮਿਲੀ ਹੋਈ।
ਇਹਦੀ ਮਦਰ ਨੇ ਇਹਨੂੰ ਅੱਡ ਫੋਨ ਲੈਤਾ, ਇਹ ਆਪਣਾ ਫੋਨ ਇਹਨੇ ਯੂਜ਼ ਹੀ ਨਹੀਂ ਕੀਤਾਗਾ। ਉਸ ਤੋਂ ਬਾਅਦ ਜਦੋਂ ਇੱਥੇ ਵੀ ਆਈ ਹੈ ਆਪਣਾ ਕਰਕੇ ਸਾਡਾ ਮੁੰਡਾ ਅੰਦਰ ਆ ਗਿਆ, ਇਹ ਇੱਥੋਂ ਸਿੱਧੀ ਚਲੀ ਗਈ ਹੈ ਕਾਰ ਲੈ ਕੇ। ਉਸ ਤੋਂ ਬਾਅਦ ਸ਼ਾਮ ਨੂੰ ਸਿੱਪੀ ਨੂੰ ਇਹਨੇ ਬੁਲਾਇਆ ਕਿਉਂਕਿ ਫੋਨ ਤਾਂ ਯੂਜ਼ ਨਹੀਂ ਕਰਨਾ ਸੀ। ਉੱਥੋਂ ਮਹਿੰਦੀ ਵਾਲੇ ਤੋਂ ਫੋਨ ਲਿਆ ਆਪਣਾ 18 ਸੈਕਟਰ 19 ਦੀ ਮਾਰਕੀਟ ਚੋਂ। ਉੱਥੋਂ ਇਹਨੇ ਫੋਨ ਲੈ ਕੇ ਫੋਨ ਕੀਤਾ, 1 2 ਜਾਂ 3 ਫੋਨ ਕੀਤੇ ਅੱਡ ਬੰਦਿਆਂ ਤੋਂ ਲੈ ਕੇ। ਉਹ ਬੰਦੇ ਸਾਨੂੰ ਜਾਣਦੇ ਸੀ, ਉਹ ਬੰਦੇ ਇਹਨੂੰ ਜਾਣਦੇ ਸੀ, ਉਹ ਬੰਦੇ ਸਿੱਪੀ ਨੂੰ ਜਾਣਦੇ ਸੀ। ਉਹਨਾਂ ਨੇ ਉਦੋਂ ਹੀ ਦੱਸਿਆ ਪੁਲਿਸ ਵਾਲਿਆਂ ਨੂੰ, ਹਫਤੇ ਦੇ ਵਿੱਚ ਪਤਾ ਲੱਗ ਗਿਆ ਸੀ ਵੀ ਉਹੀ ਕੁੜੀ ਆ। ਆਂਟੀ ਚੁੱਪ ਕਰਕੇ ਬਹਿ ਜਾਓ, ਆਂਟੀ ਇਹ ਮੈਨੂੰ ਪੁਲਿਸ ਵਾਲੇ ਦੱਸ ਕੇ ਜਾਂਦੇ ਸੀ, ਆਂਟੀ ਚੁੱਪ ਕਰਕੇ ਬਹਿ ਜਾਓ, ਵੈਗਰੂ ਵੈਗਰੂ ਕਰੋ, ਇਹ ਵਕੀਲਾਂ ਤੇ ਜੱਜਾਂ ਦਾ ਕੀਤਾ ਹੋਇਆ ਕਤਲ ਆ। ਜਿੱਥੇ ਇੱਕ ਪਾਸੇ ਸਿੱਪੀ ਦੀ ਮਾਤਾ ਦੀਪਿੰਦਰ ਕੌਰ ਕਲਿਆਣੀ ਤੇ ਕਈ ਆਰੋਪ ਲਗਾ ਰਹੇ ਨੇ ਤੇ ਆਪਣੇ ਬੇਟੇ ਦੀ ਮੌਤ ਦਾ ਜ਼ਿੰਮੇਦਾਰ ਕਲਿਆਣੀ ਨੂੰ ਕਹਿ ਰਹੇ ਨੇ, ਦੂਜੇ ਪਾਸੇ ਕਲਿਆਣੀ ਵੱਲੋਂ ਆਪਣੀ ਜ਼ਮਾਨਤ ਯਾਚਿਕਾ ਦੇ ਵਿੱਚ ਸਿੱਪੀ ਦੀ ਜ਼ਿੰਦਗੀ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ। ਆਖਿਰ ਕਿਉਂ ਸਿੱਪੀ ਤੇ ਕਲਿਆਣੀ ਦੇ ਪਰਿਵਾਰਾਂ ਦੀ 30 ਸਾਲ ਦੀ ਦੋਸਤੀ ਦੁਸ਼ਮਣੀ 'ਚ ਬਦਲ ਗਈ। ਆਰੋਪੀ ਕਲਿਆਣੀ ਸਿੰਘ ਸਿਟਿੰਗ ਜੱਜ ਦੀ ਕੁੜੀ ਸੀ। ਇਹੀ ਕਾਰਨ ਹੈ ਕਿ ਸਿੱਪੀ ਸਿੱਧੂ ਦੇ ਪਰਿਵਾਰ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ। ਹਾਲਾਂਕਿ ਸਿੱਪੀ ਸਿੱਧੂ ਦੇ ਜਿਹੜੇ ਦਾਦਾ ਜੀ ਸੀਗੇ ਉਹ ਹਾਈ ਕੋਰਟ ਦੇ ਜੱਜ ਰਹਿ ਚੁੱਕੇ ਸੀਗੇ ਤੇ ਜੇ ਪਿਤਾ ਦੀ ਗੱਲ ਕੀਤੀ ਜਾਵੇ ਉਹ ਲਾਅ ਆਫੀਸਰ ਰਹਿ ਚੁੱਕੇ ਸੀ, ਪਰ ਫੇਰ ਵੀ ਪਰਿਵਾਰ ਨੂੰ ਇਨਸਾਫ ਲਈ ਅਲੱਗ-ਅਲੱਗ ਥਾਵਾਂ ਤੇ ਗੁਹਾਰ ਲਗਾਣੀ ਪਈ, ਇੱਥੋਂ ਤੱਕ ਕਿ ਇੱਕ ਵਕੀਲ ਵੀ ਜਿਹੜਾ ਹੈ ਕਰਨਾ ਔਖਾ ਹੋ ਗਿਆ ਸੀਗਾ। ਸਾਡੇ ਨਾਲ ਸਿੱਪੀ ਸਿੱਧੂ ਦੇ ਭਰਾ ਨੇ ਜਿੱਪੀ ਸਿੱਧੂ, ਉਹਨਾਂ ਤੋਂ ਜਾਣਦੇ ਹਾਂ ਕਿ ਆਖਿਰ ਕਿਹੜੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਤੇ 7 ਸਾਲ ਬਾਅਦ ਜਦੋਂ ਕਲਿਆਣੀ ਨੂੰ ਗ੍ਰਿਫਤਾਰ ਕੀਤਾ ਉਸ ਤੋਂ ਬਾਅਦ ਕੀ ਤੁਹਾਨੂੰ ਲੱਗਦਾ ਹੈ ਕਿ ਹੁਣ ਤੁਹਾਨੂੰ ਇਨਸਾਫ ਜਿਹੜਾ ਉਹ ਮਿਲ ਜਾਏਗਾ? ਕਿਉਂਕਿ ਪ੍ਰੂਫ ਤਾਂ ਜਿਹੜੇ ਤੁਸੀਂ 7 ਸਾਲ ਪਹਿਲਾਂ ਹੀ ਦੇਣੇ ਸ਼ੁਰੂ ਕਰ ਦਿੱਤੇ ਸੀ, ਚਾਹੇ ਉਹ ਪੁਲਿਸ ਨੂੰ ਹੋਣ ਜਾਂ ਫਿਰ ਜਦੋਂ ਕੇਸ ਸੀਬੀਆਈ ਨੂੰ ਦਿੱਤਾ ਤਾਂ ਸੀਬੀਆਈ ਨੂੰ। ਮੈਮ ਦੇਖੋ 20 September 2015 ਨੂੰ ਸਿੱਪੀ ਵੀਰ was shot dead. And from the day one, we are not saying that only Kalyani is involved. From the day one, we are saying that the whole family, including Justice Sabina, her husband Advocate Parminder Singh and Kalyani, they were involved in this. ਹੁਣ ਜਿਵੇਂ ਤੁਸੀਂ ਸਾਰੀਆਂ ਆਖੀਆਂ ਗੱਲਾਂ ਕਿ ਬਹੁਤ ਸਾਨੂੰ ਮਿਹਨਤ ਕਰਨੀ ਪਈ ਸਾਰਾ ਕੁਝ ਕਰਨ ਵਾਸਤੇ। ਸਭ ਤੋਂ ਪਹਿਲਾਂ ਤਾਂ ਜੀ ਜਦੋਂ ਅਸੀਂ ਪਹਿਲੇ ਦਿਨ ਇਹਨਾਂ ਨੂੰ ਦੱਸਤਾ ਕਿ ਕਲਿਆਣੀ ਇਨਵੋਲਡ ਹੈ ਤੇ ਇਹਦੀ ਮਦਰ ਇਨਵੋਲਡ ਹੈ, ਇਹਨਾਂ ਨੇ ਸਾਡੀ ਕਿਸੇ ਨੇ ਕੋਈ ਗੱਲਬਾਤ ਨਹੀਂ ਸੁਣੀ। ਸਾਨੂੰ ਨਾ ਆਫ ਦਾ ਰਿਕਾਰਡ ਪੁਲਿਸ ਵਾਲਿਆਂ ਨੇ, ਬਿਕੋਜ਼ ਆਈਜੀ ਨੇ ਮੈਨੂੰ ਖੁਦ ਗੱਲ ਕਹਿਤੀ ਕਿ ਆ ਜੱਜਾਂ ਤੇ ਵਕੀਲਾਂ ਦਾ ਕੀਤਾ ਹੋਇਆ ਮਰਡਰ ਹੈ। ਐਂਡ ਮੈਨੂੰ ਕਹਿੰਦੇ ਜਿੱਪੀ ਜੀ ਹਮ ਕਿਆ ਕरें, हमारे जुडिशरी ने हाथ बांध रखे हैं। ਐਂਡ उन्होंने मुझे आईजी ਲੈਵਲ ਦੇ ਆਫੀਸਰ ਨੇ ਮੈਨੂੰ ਖੁਦ ਗੱਲ ਆਖੀ ਕਿ ਅਸੀਂ ਆਪਦੇ ਇੱਕ ਤਰ੍ਹਾਂ ਹੱਥ ਚੱਕਦੇ ਹੈ, ਯੂ ਟਰਾਈ ਫॉर द ਸੀਬੀਆਈ। ਉਸ ਤੋਂ ਬਾਅਦ ਜੀ ਤੁਹਾਨੂੰ ਵੀ ਮੈਮ ਪਤਾ ਹੈ ਕਿ ਇੰਡੀਆ 'ਚ ਸੀਬੀਆਈ ਜਾਂਚ ਕਰਵਾਉਣੀ ਇਟਸ ਵੈਰੀ ਡਿਫਿਕਲਟ। ਮੈਂ ਤੁਹਾਡੇ ਚੈਨਲ ਥਰੂ ਵੀ ਕਹਿਣਾ ਚਾਹੁੰਦਾ ਆਈ ਐਮ ਰੀਅਲੀ ਥੈਂਕਫੁਲ ਟੂ ਆਲ ਦਾ ਸਿੱਪੀ ਵੀਰ ਦੇ ਜਿੰਨੇ ਵੀ ਯਾਰ ਬੇਲੀ ਸੀਗੇ, ਦੋਸਤ ਮਿੱਤਰ ਸੀਗੇ, ਬਿਕੋਜ਼ ਅਸੀਂ ਕੈਂਡਲ ਲਾਈਟ ਮਾਰਚਸ ਕੱਢੀਆਂ, UK ਕੱਢੀਆਂ, ਆਸਟ੍ਰੇਲੀਆ ਕੱਢੀਆਂ, ਨਿਊਜ਼ੀਲੈਂਡ ਕੱਢੀਆਂ, USA ਕੱਢੀਆਂ, ਬਿਕੋਜ਼ ਸਿੱਪੀ ਵੀਰ ਵਾਜ਼ ਇਨਟੂ ਪੈਰਾ ਸਪੋਰਟਸ ਆਲਸੋ। ਕਾਫੀ ਡਿਸੇਬਲਡ ਸਪੋਰਟਸ ਪਰਸਨਸ ਸਿੱਪੀ ਵੀਰ ਦੇ ਨਾਲ ਸੀਗੇ ਐਂਡ ਸਾਡੇ ਸਿੱਪੀ ਵੀਰ ਦੇ ਸਾਡੇ ਰਿਸ਼ਤੇਦਾਰ ਨੇ ਬਹੁਤ ਹੈਲਪ ਕੀਤੀ। ਆਫਟਰ ਦੈਟ ਮੈਮ ਯੂ ਵੋਂਟ ਬਿਲੀਵ ਫਰੋਮ SHO ਲੈਵਲ ਟਿਲ IG ਲੈਵਲ ਵੀ ਮੈਟ ਈਚ ਐਂਡ ਐਵਰੀਵਨ। ਉਸ ਤੋਂ ਬਾਅਦ ਅਸੀਂ ਐਡਵਾਈਜ਼ਰ ਸਾਹਿਬ ਨੂੰ ਮਿਲੇ, ਫਿਰ ਅਸੀਂ ਗਵਰਨਰ ਸਾਹਿਬ ਨੂੰ ਮਿਲੇ, ਉਸ ਤੋਂ ਬਾਅਦ ਅਸੀਂ ਵੀ ਮੈਟ ਦ ਯੂਨੀਅਨ ਲਾਅ ਮਿਨਿਸਟਰ। ਉਸ ਟਾਈਮ ਜਸਟਿਸ ਸਬੀਨਾ ਵਾਜ਼ ਦ ਹਾਈ ਕੋਰਟ ਜੱਜ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ। After that, she got transferred to, because the Union Law Minister ਨੂੰ representations ਦਿੱਤੀਆਂ that she is also involved in the murder. We were that time also we were saying that not only Kalyani but she was also involved. ਉਹ because ਹੁਣ ਗੱਲਾਂ ਸਾਹਮਣੇ ਆ ਰਹੀਆਂ, ਇਹਦੀ ਟ੍ਰਾਂਸਫਰ ਹੋ ਜਾਂਦੀ ਹੈ, ਰਾਜਸਥਾਨ ਹਾਈ ਕੋਰਟ ਹੋ ਜਾਂਦੀ ਹੈ। ਫਿਰ ਅਸੀਂ ਉੱਤੇ ਜਾ ਕੇ we even met the Union Home Minister. ਉਸ ਤੋਂ ਬਾਅਦ we even tried to meet ਮੋਦੀ ਸਾਹਿਬ, ਬਟ ਉਹ ਸਾਨੂੰ ਬਹੁਤ ਦਿੱਕਤਾਂ ਦਾ, ਮੈਂ ਤੁਹਾਨੂੰ ਬਾਅਦ ਚ ਦੱਸੂਗਾ, ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਫਿਰ ਅਲਟੀਮੇਟਲੀ ਹੋਮ ਮਿਨਿਸਟਰ ਸਾਹਿਬ ਨੂੰ ਮਿਲਣ ਤੋਂ ਬਾਅਦ ਦਾ ਕੇਸ ਗॉट ਟ੍ਰਾਂਸਫਰ ਟੂ ਸੀਬੀਆਈ। ਹਾਂਜੀ, ਸੀਬੀਆਈ ਨੂੰ ਜਦੋਂ ਕੇਸ ਦਿੱਤਾ ਗਿਆ ਉਸ ਤੋਂ ਬਾਅਦ ਇਹ ਵੀ ਕਿਹਾ ਗਿਆ ਕਿ ਸੀਬੀਆਈ ਨੇ ਕਈ ਸਾਲਾਂ ਬਾਅਦ ਅਨਟ੍ਰੇਸਡ ਰਿਪੋਰਟ ਜਿਹੜੀ ਉਹ ਫਾਈਲ ਕੀਤੀ, ਇੱਥੋਂ ਤੱਕ ਕਿ ਐਡਵਰਟਾਈਜ਼ਮੈਂਟਸ ਜਿਹੜੀਆਂ ਨੇ ਉਹ ਦਿੱਤੀਆਂ ਗਈਆਂ। ਇਹ ਸਭ ਕੁਝ ਦਲੀਲਾਂ ਜਿਹੜੇ ਨੇ ਹੁਣ ਕਲਿਆਣੀ ਦੇ ਵਕੀਲ ਦੇ ਰਹੇ ਨੇ ਕਿ
ਅੰਨੇ ਸਾਲ ਸੀਬੀਆਈ ਕਲੂਲੈਸ ਰਹੀ ਤੇ ਇੱਕਦਮ ਕਲਿਆਣੀ ਨੂੰ ਕਿਉਂ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ? ਹਾਲਾਂਕਿ ਤੁਹਾਡੇ ਕੋਲ ਜਿਹੜੇ ਪ੍ਰੂਫ ਨੇ ਉਹ ਬੜੇ ਪੁਖਤਾ ਤੁਸੀਂ ਦੱਸਦੇ ਹੋ, ਨਾਲ ਹੀ ਸੀਬੀਆਈ ਵੱਲੋਂ ਵੀ ਕੋਰਟ ਦੇ ਵਿੱਚ ਸਾਫ਼ ਤੌਰ ਤੇ ਗਿਆ ਕਿ ਸਾਡੇ ਕੋਲ ਪੁਖਤਾ ਸਬੂਤ ਹੈ। ਮੈਮ ਸਭ ਤੋਂ ਪਹਿਲਾਂ ਮੈਂ ਤੁਹਾਡੇ ਚੈਨਲ ਥਰੂ ਇੱਕ ਗੱਲ ਆਖਣਾ ਚਾਹਣਾ ਹੈ, ਜਿਹੜੇ ਕਲਿਆਣੀ ਦੇ ਵਕੀਲ ਸਾਹਿਬ ਵੀ ਹੈਗੇ ਆ ਉਹਨਾਂ ਨੂੰ ਵੀ ਸਾਰਿਆਂ ਨੂੰ ਐਡਵੋਕੇਟਸ ਨੂੰ ਰਿਕੁਐਸਟ ਕਰਨੀ ਚਾਹਣਾ ਹੈ ਕਿ ਜਿਹੜੀ ਅਨਟ੍ਰੇਸ ਰਿਪੋਰਟ ਕੀਤੀ ਸੀ that was not basically a untraced report, that was a status report. ਇਹਨਾਂ ਨੇ ਉਸ ਰਿਪੋਰਟ 'ਚ ਤੁਸੀਂ ਧਿਆਨ ਨਾਲ ਪੜੋ, they have written it that Kalyani has been made the prime suspect and under section 173(8) we want further investigation. Basically ਉਹ on record ਰੱਖਣਾ ਚਾਹੁੰਦੇ ਸੀ ਸਾਰਾ ਕੁਝ ਜਿਹੜੀ ਵੀ ਉਹਨਾਂ ਨੇ ਮਿਹਨਤ ਕੀਤੀ ਸੀਗੀ। so that was not an untraced report ਜਿਹੜੀ ਤੁਸੀਂ ਗੱਲ ਆਖ ਰਹੇ ਹੋ। and ਉਸ ਤੋਂ ਬਾਅਦ ਤੁਸੀਂ you might be remembering ਇਹਨਾਂ ਨੇ CBI ਨੇ ਇੱਕ ਐਡਵਰਟਾਈਜ਼ਮੈਂਟ ਦਿੱਤੀ ਸੀਗੀ। what they gave in the advertisement was there is enough reason to believe that a girl was present during that crime. That means this girl Kalyani, and she has been given the opportunity to prove her innocence. Otherwise, it would be presumed that she is also party to an offence. ਇਹਨਾਂ ਨੇ ਤਾਂ because ਇਹਨਾਂ ਦੇ tactics ਹੁੰਦੇ ਆ CBI ਦੇ। and ਮੈਮ ਮੈਂ on the camera ਆਹ ਗੱਲਾਂ ਕਹਿਣਾ ਚਾਹਣਾ ਅੱਜ because ਮੈਮ ਮੈਂ ਤੁਹਾਨੂੰ ਸੱਚੀ ਗੱਲ ਦੱਸਾਂ, ਮੈਂ ਸਿੱਪੀ ਵੀਰ ਦਾ ਛੋਟਾ ਬ੍ਰਦਰ ਹਾਂ। my father also expired in 2008. ਮੇਰੇ ਤੇ ਮੇਰੇ ਬ੍ਰਦਰ ਦਾ ਜਿਹੜਾ ਰਿਲੇਸ਼ਨ ਸੀਗਾ ਬਹੁਤ ਹੀ he was like a father figure to me. ਯਾਨੀ ਕਿ ਜਿਹੜੀਆਂ ਫੋਟੋਗ੍ਰਾਫਸ ਨੇ ਕਿਉਂਕਿ ਸੀਬੀਆਈ ਨੇ ਵੀ ਇਸ ਦਾ ਜ਼ਿਕਰ ਜਿਹੜਾ ਹੈ ਆਪਣੀ ਰਿਪੋਰਟ ਦੇ ਵਿੱਚ ਕੀਤਾ ਹੈ ਤੇ ਇਹ ਜਿਹੜੀਆਂ ਫੋਟੋਗ੍ਰਾਫਸ ਸੀ ਇਹੀ ਦਿਖਾਈਆਂ ਗਈਆਂ ਸੀਗੀਆਂ ਕਲਿਆਣੀ ਦੇ ਪੈਰੈਂਟਸ ਨੂੰ, ਸ਼ਾਇਦ ਉਸ ਤੋਂ ਬਾਅਦ ਇਹ ਸਾਰਾ ਜਿਹੜਾ ਹੈ ਪਲਾਨ ਕੀਤਾ ਗਿਆ ਕਲਿਆਣੀ ਵੱਲੋਂ, ਉਹਨਾਂ ਦੀ ਮਾਤਾ ਵੱਲੋਂ, ਕਿਉਂਕਿ ਤੁਸੀਂ ਕਹਿ ਰਹੇ ਹੋ ਕਿ ਪੂਰਾ ਪਰਿਵਾਰ ਜਿਹੜਾ ਇਨਵੋਲਵ ਸੀਗਾ। ਬਿਲਕੁਲ ਜੀ, ਐਕਚੁਅਲੀ ਜਦੋਂ ਆਹ ਮਗਰੀ ਪੈ ਗਈ ਸੀ ਕਿ ਸਿੱਪੀ ਮੇਰੇ ਨਾਲ ਵਿਆਹ ਕਰਾ, ਸਿੱਪੀ ਨੂੰ ਆਏ ਸੀਗਾ ਕਿ ਮੈਂ ਸਿੱਪੀ ਤੋਂ ਛੋਟਾ ਸੀਗਾ। ਆਈ ਰਿਮੈਂਬਰ ਆਈ ਯੂਜ਼ਡ ਟੂ ਸਟੱਡੀ ਦੈਟ ਟਾਈਮ, ਆਈ ਯੂਜ਼ਡ ਟੂ ਗੋ ਐਟ ਦ ਹਾਈ ਕੋਰਟ, ਆਈ ਵਾਜ਼ ਅ ਲਾਅ ਰਿਸਰਚਰ ਦੈਟ ਟਾਈਮ। ਸਿੱਪੀ ਨੂੰ ਆਏ ਸੀਗਾ ਕਿ ਆਹ ਮੇਰੀ ਮਾਂ ਤੇ ਬਿਕੋਜ਼ ਸਿੱਪੀ ਨੇ ਜਦੋਂ ਫੋਟੋਆਂ ਦਿਖਾਤੀਆਂ, ਸਿੱਪੀ ਦਾ ਸਿਰਫ ਆਹ ਕਸੂਰ ਸੀ, ਉਹ ਮਗਰ ਪੈ ਗਈ ਕਿ ਮੈਂ ਵਿਆਹ ਕਰਾਉਣਾ ਤੇਰੇ ਨਾਲ। ਉਹ ਕਹਿੰਦਾ ਮੈਂ ਕਿਵੇਂ ਕਰਾ ਲਾਂ ਵਿਆਹ, ਤੇਰੇ ਆਹ ਲੱਛਣ ਹੈ। ਆ ਸਿੱਪੀ ਇਹਨੂੰ ਸਹੁੰ ਵੀ ਪਵਾ ਕੇ ਲੈ ਕੇ ਆਇਆ ਗੁਰਦੁਆਰਾ ਸਾਹਿਬ। ਇਹਨੂੰ ਅੰਦਰੋਂ ਆਏ ਹੋ ਗਿਆ ਕਿ ਆ ਮੇਰੇ ਬ੍ਰਦਰ ਨੂੰ ਕਲਿਆਣੀ, ਬਿਕੋਜ਼ ਇਹਦੀ ਮਦਰ ਹਾਈ ਕੋਰਟ ਜੱਜ ਹੈ, ਕੋਈ ਆਹ ਗਲਤ ਸਟੈਪ ਨਾ ਲੈ ਲੇ, ਕੋਈ ਝੂਠੇ ਕੇਸ 'ਚ ਫਸਾ ਦੇ ਜਾਂ ਬਿਕੋਜ਼ ਸਿੱਪੀ ਵਾਜ਼ ਅੰਡਰ ਲੋਟ ਆਫ ਸਟ੍ਰੈਸ ਦੈਟ ਟਾਈਮ। ਹੀ ਯੂਜ਼ਡ ਟੂ ਟੈਲ ਮੀ ਆਲਸੋ ਕਿ ਜਿੱਪੀ ਮੈਂ ਯਾਰ ਬੜਾ ਸਟ੍ਰੈਸ 'ਚ ਹੈ। ਦ ਰੀਜ਼ਨ ਬੀਇੰਗ ਆ ਇਹਨੂੰ ਮਤਲਬ ਕਿ ਬਲੈਕਮੇਲ ਕਲਿਆਣੀ ਕਰਦੀ ਸੀ ਕਿ ਮੈਂ ਆਪਦੀ ਨਸ ਕੱਟ ਲੂੰਗੀ, ਮੇਰੇ ਨਾਲ ਵਿਆਹ ਕਰਾ। This was the thing. ਅੱਛਾ ਜੀਪੀ ਜੀ, ਹਾਲੇ ਵੀ ਅਸੀਂ ਕਹਿ ਸਕਦੇ ਹਾਂ ਕਿ ਚੁਣੌਤੀਆਂ ਘੱਟ ਨਹੀਂ ਹੈਗੀਆਂ ਕਿਉਂਕਿ ਸੀਬੀਆਈ ਵੱਲੋਂ ਇਹ ਦੱਸਿਆ ਗਿਆ ਕਿ ਹਾਲੇ ਵੈਪਨ ਰਿਕਵਰ ਕਰਨਾ ਬਾਕੀ ਹੈ, ਕਿਸ ਗੱਡੀ ਦਾ ਇਸਤੇਮਾਲ ਹੋਇਆ ਪਾਰਕ ਤੱਕ ਪਹੁੰਚਣ ਲਈ ਤੇ ਉਹ ਜਾਨਣਾ ਬਾਕੀ ਹੈ, ਨਾਲ ਹੀ ਕਿਸਨੇ ਇਹ ਗੋਲੀਆਂ ਜਿਹੜੀਆਂ ਚਲਾਈਆਂ ਨੇ ਉਸ ਨੂੰ ਲੈ ਕੇ ਜਿਹੜੀ ਹੈ ਹਲੇ ਖੁਲਾਸਾ ਹੋਣਾ ਬਾਕੀ ਹੈ ਕਿਉਂਕਿ ਕਲਿਆਣੀ ਜਿਹੜੀ ਹੈ ਹਾਲੇ ਤੱਕ ਕੁਝ ਵੀ ਰਿਵੀਲ ਕਰਨ ਨੂੰ ਤਿਆਰ ਨਹੀਂ ਹੈਗੀ। ਤੁਹਾਨੂੰ ਲੱਗਦਾ ਹੈ ਕਿ ਹਾਲੇ ਵੀ ਬਹੁਤ ਵੱਡੀ ਚੁਣੌਤੀ ਤੁਹਾਡੇ ਅੱਗੇ? ਮੈਮ ਰਿਵੀਲ ਤਾਂ ਹੋਊਗਾ। I understand your question, what you're trying to say is, ਦੇਖੋ ਮੈਂ ਹਜੇ ਡਿਸਕਲੋਜ਼ ਨਹੀਂ ਕਰਨਾ ਚਾਹੁੰਦਾ। CBI ਕੋਲੇ ਸਾਰਾ ਕੁਝ ਹੱਥ ਹੈਗਾ ਹੈ। CBI is a premier investigating agency of India. They have got each and everything. They have got all the evidence. That's why ਇਹਨਾਂ ਨੇ ਹੱਥ ਪਾਇਆ ਹੈ। ਮੈਂ ਉਹ ਗੱਲਾਂ ਕਈ ਰਿਵੀਲ ਨਹੀਂ ਕਰਨਾ ਚਾਹੁੰਦਾ ਬਿਕੋਜ਼ ਉਹ ਚਾਰਜਸ਼ੀਟ ਹਜੇ ਫਾਈਲ ਕਰਨੀ ਹੈ। They know everything, that who fired the shots, who did everything. They know each and everything. But ਮੈਂ ਹਜੇ ਜਿਵੇਂ ਕਹਿ ਰਿਹਾ ਕਿ ਇਨਵੈਸਟੀਗੇਸ਼ਨ ਇਜ਼ ਪੈਂਡਿੰਗ, that's why I don't want to disclose the facts ਹਜੇ। ਹਾਂਜੀ, ਲੇਕਿਨ ਲੱਗ ਰਿਹਾ ਕਿ ਹੁਣ ਇਨਸਾਫ ਜਿਹੜਾ ਉਹ ਮਿਲ ਜਾਏਗਾ ਅੰਨੀ ਚੁਣੌਤੀਆਂ ਦਾ ਸਾਹਮਣਾ ਕਰਨ ਤੋਂ ਬਾਅਦ। ਦੇਖੋ ਜੀ ਮੈਮ ਇੰਡੀਆ ਆ ਇੱਥੇ ਦੇਖੋ, ਫਸਟ ਆਫ ਆਲ ਆਈ ਐਮ ਰੀਅਲੀ ਥੈਂਕਫੁਲ ਟੂ ਦ ਮੀਡੀਆ ਆਲਸੋ। ਯੂ ਆਰ ਦ ਫੋਰਥ ਪਿਲਰ ਆਫ ਦ ਡੈਮੋਕ੍ਰੇਸੀ। ਆਈ ਐਮ ਰੀਅਲੀ ਥੈਂਕਫੁਲ ਟੂ ਯੂ ਐਂਡ ਜਿੰਨੇ ਵੀ ਮੀਡੀਆ ਦੇ ਚੈਨਲਸ ਹੈ ਬਿਕੋਜ਼ ਤੁਸੀਂ ਯੂ ਆਰ ਸਟੈਂਡਿੰਗ ਬਾਈ ਦ ਟਰੁਥ ਐਂਡ ਇਨਸਾਫ ਦੀ ਜਿਵੇਂ ਤੁਸੀਂ ਗੱਲ ਹੈ, ਦੇਖੋ ਸਾਨੂੰ ਪੈਰਵੀ ਤਾਂ ਕਰਨੀ ਪੈਣੀ ਹੈ ਬਟ ਸਾਰਿਆਂ ਨਾਲੋਂ ਵੱਡਾ ਜੱਜ ਸਾਡੇ ਨਾਲ ਹੈਗਾ, ਸਾਰਿਆਂ ਨਾਲੋਂ ਉਤਲਾ ਜੱਜ ਉੱਤੇ ਬੈਠਾ। ਐਂਡ ਮੈਂ ਤੁਹਾਡੇ ਚੈਨਲ ਦੇ ਥਰੂ ਇੱਕ ਹੋਰ ਗੱਲ ਕਹਿਣਾ ਚਾਹੁੰਦਾ, ਇਹਨਾਂ ਦੇ ਵਕੀਲਾਂ ਨੂੰ ਵੀ ਕਹਿਣਾ ਚਾਹੁੰਦਾ। ਵਕੀਲ ਸਾਹਿਬ, ਜਿਹੜੇ ਵੀ ਵਕੀਲ ਸਾਹਿਬ ਇਹਨਾਂ ਦਾ ਪਰਸੂਏਟ ਕਰ ਰਹੇ ਆ ਕੇਸ, ਵਕੀਲ ਸਾਹਿਬ ਕੁਛ ਤਾਂ ਲਿਹਾਜ਼ ਕਰੋ, ਤੁਸੀਂ ਵੀ ਜਾਣ ਦੇਣੀ ਹੈ ਜਾ ਕੇ। ਮੈਂ ਕੱਲ ਪਰਸੋਂ ਦੇਖ ਰਿਹਾ ਸੀਗਾ ਦੇ ਵਰ ਟਰਾਈਂਗ ਟੂ ਡਾਇਵਰਟ ਦ ਥਿੰਗਸ, ਕੋਈ ਪ੍ਰੋਪਰਟੀ ਐਂਗਲ ਇਨਵੋਲਵਡ ਹੋ ਸਕਦਾ ਹੈ। ਸਿੱਪੀ ਦੇ ਪੋਲੀਟੀਸ਼ੀਅਨਸ ਨਾਲ ਰਿਸ਼ਤੇ ਹੈ। ਸਿੱਪੀ ਹੈਡ ਓਨਲੀ 20,000 ਰੁਪੀਜ਼ ਇਨ ਹਿਜ਼ ਪੋਕਟ। ਸਾਡੀ ਤੁਸੀਂ ਨਾ ਪੀੜੀਆਂ ਦਰ ਪੀੜੀ ਦੀ ਜਾਂਚ ਕਰ ਲਓ। ਸਾਡਾ ਤਲਵੰਡੀ ਸਾਬੋ ਪਿੰਡ ਹੈ, ਤੁਹਾਨੂੰ ਸਾਰਾ ਪਤਾ ਚੱਲ ਜੂਗਾ ਸਾਡੇ ਕੋਲੇ ਕੀ ਪ੍ਰੋਪਰਟੀਜ਼ ਹੈ। ਐਂਡ ਮੈਂ ਰੱਬ ਨੂੰ ਹਾਜ਼ਰ ਨਾਜ਼ਰ ਹੋ ਕੇ ਆ ਗੱਲਾਂ ਕਹਿ ਰਹੇ ਹਾਂ ਤੇ ਆ ਕਹਿ ਰਹੇ ਆ ਕਿ 20,000 ਰੁਪਇਆ ਸੀਗਾ। ਤੁਸੀਂ ਸਾਡੇ, ਮੇਰਾ ਗ੍ਰੈਂਡਫਾਦਰ ਰਿਟਾਇਰਡ ਐਜ਼ ਅ ਹਾਈ ਕੋਰਟ ਜੱਜ ਐਂਡ ਸਿੱਪੀ ਹੈਡ ਓਨਲੀ 20,000 ਰੁਪੀਜ਼ ਇਨ ਹਿਜ਼ ਪੋਕਟ। ਇਟਸ ਸੋ, ਆਈ ਮੀਨ, very laughable.
ਐਂਡ ਦੂਜਾ ਮੈਂ ਵਕੀਲ ਸਾਹਿਬ ਸਾਰਿਆਂ ਨੂੰ ਆਹੀ ਰਿਕੁਐਸਟ ਕਰੂੰਗਾ, ਲੀਗਲ ਫਰਟਰਨਿਟੀ ਨੂੰ ਵੀ, ਪਲੀਜ਼ ਸਟੈਂਡ ਬਾਈ ਅਸ, ਪਲੀਜ਼ ਸਟੈਂਡ ਬਾਈ ਅਸ। ਐਂਡ ਦੂਜੀ ਗੱਲ, ਇੱਕ ਮੈਂ ਹੋਰ ਗੱਲ ਕਹਿਣਾ ਚਾਹੁੰਦਾ ਹੈ ਕਿ ਇਹਨਾਂ ਦੀ ਥੱਲੇ ਬੇਲ ਰਿਜੈਕਟ ਹੋ ਗਈ ਹੈ, ਸੋ ਦੇ ਆਰ ਅਪਰੋਚਿੰਗ ਦ ਹਾਈ ਕੋਰਟ। ਦੇਖੋ, ਮੈਨੂੰ ਜੁਡੀਸ਼ਰੀ ਤੇ ਬਹੁਤ ਭਰੋਸਾ ਹੈ, ਸਾਡੀ ਲੀਗਲ ਫੈਮਿਲੀ ਹੈ, ਐਂਡ ਮੈਨੂੰ ਪਰ ਥੋੜਾ ਜਿਹਾ ਅੰਦਰੋਂ ਇੱਕ ਡਰ ਜ਼ਰੂਰ ਹੈ that Sabina, she has been the High Court judge here in Punjab and Haryana High Court. Obviously ਇਹਦੇ brother and sister judges ਇੱਥੇ ਹੈਗੇ ਹੈ, ਸੋ ਅੰਦਰੋਂ ਮੈਨੂੰ ਥੋੜਾ ਜਿਹਾ ਜ਼ਰੂਰ ਡਰ ਹੈ। ਬਟ ਮੈਂ ਬਸ ਆਹੀ ਰਿਕੁਐਸਟ ਕਰੂੰਗਾ ਆਨਰੇਬਲ ਚੀਫ ਜਸਟਿਸ ਆਫ ਇੰਡੀਆ ਨੂੰ ਐਂਡ ਆਨਰੇਬਲ ਚੀਫ ਜਸਟਿਸ ਆਫ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਨੂੰ ਐਂਡ ਆਲ ਦ ਅਦਰ ਜੱਜਸ that please see to it that justice should be done। ਹਾਂਜੀ। ਜੀਪੀ ਵੱਲੋਂ ਇੱਕ ਦਾਵਾ ਜਿਹੜਾ ਉਹ ਜ਼ਰੂਰ ਕੀਤਾ ਜਾ ਰਿਹਾ, ਉਹਨਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਸੀਬੀਆਈ ਕੋਲ ਪੂਰੇ ਪ੍ਰੂਫ ਜਿਹੜੇ ਨੇ ਉਹ ਨੇ ਤੇ ਹੁਣ ਕਲਿਆਣੀ ਜਿਹੜੀ ਹੈ ਉਸ ਨੂੰ ਕੋਈ ਬਚਾ ਨਹੀਂ ਸਕਦਾ, ਭਾਵੇਂ ਕਲਿਆਣੀ ਜਿਹੜੀ ਹੈ ਉਹ ਆਪਣਾ ਸੱਚ ਕਬੂਲੇ ਜਾਂ ਨਾ ਕਬੂਲੇ, ਲੇਕਿਨ ਜੀਪੀ ਦਾ ਕਹਿਣਾ ਹੈ ਕਿ ਸੀਬੀਆਈ ਕੋਲ ਪੁਖਤਾ ਸਬੂਤ ਜਿਹੜੇ ਨੇ ਉਹ ਜ਼ਰੂਰ ਨੇ।